ਰਾਤੋਂ ਰਾਤ ਚੰਡੀਗੜ੍ਹ ਦਾ ਐਸਐਸਪੀ ਬਦਲ ਦਿੱਤਾ ਜਾਂਦਾ ਹੈ। ਰਾਤੋਂ ਰਾਤ ਪੰਜਾਬ ਯੂਨੀਵਰਸਿਟੀ ਚੋਂ ਪੰਜਾਬ ਮੰਨਫੀ ਕਰ ਦਿੱਤਾ ਜਾਂਦਾ ਹੈ। ਰਾਤੋਂ ਰਾਤ ਚੰਡੀਗੜ੍ਹ ਦੇ ਕੈਡਰ ਨੂੰ ਯੂਟੀ ਕੈਡਰ ਬਣਾ ਦਿੱਤਾ ਜਾਂਦਾ ਹੈ। ਰਾਤੋਂ ਰਾਤ ਫੈਸਲਾ ਹੁੰਦਾ ਕਿ ਦੇਸ਼ ਦੀ ਭਾਸ਼ਾ ਇੱਕ ਕਰ ਦਿਓ ਜੀ। ਰਾਤੋਂ ਰਾਤ ਫੈਸਲੇ ਹੁੰਦੇ ਕਿ ਰਾਤ ਦੇ ਵਿੱਚ ਜੀ GST ਲਾਗੂ ਕਰ ਦਿਓ ਜੀ, ਨੋਟਬੰਦੀ ਕਰ ਦਿਓ ਜੀ। ਇਹ ਸਾਰੇ ਮਸਲਿਆਂ ਨੂੰ ਜਦੋਂ ਮੈਂ ਇਕੱਠਿਆਂ ਕਰਕੇ ਦੇਖਦਾ ਤਾਂ ਮੈਂ ਦੇਖਦਾ ਕਿ ਕੀ ਕੇਂਦਰੀ ਨੀਤੀਆਂ ਨਾਲ ਸੂਬਿਆਂ ਦਾ ਭਲਾ ਹੋਇਆ ਜਾਂ ਸੂਬਿਆਂ ਦਾ ਕੰਟਰੋਲ ਹੋਇਆ। ਕੀ ਇਹ ਕੇਂਦਰੀਕਰਨ ਵੱਲ ਵੱਧ ਰਿਹਾ ਦੇਸ਼ ਜਾਂ ਸੂਬਿਆਂ ਨੂੰ ਸੱਚਮੁੱਚ ਅਧਿਕਾਰ ਮਿਲ ਰਹੇ ਨੇ? ਅਮੀਰ ਭਾਜੀ ਤੋਂ ਪੁੱਛਣਾ ਚਾਹੁੰਦਾ। ਬਿਲਕੁਲ, ਜਿਹੜੀ ਇਹ ਘਟਨਾ ਹੈ ਮੰਨ ਲਓ ਯੂਟੀ ਦੀ, ਪੰਜਾਬ ਲੰਬੇ ਸਮੇਂ ਤੋਂ ਲੜਦਾ ਰਿਹਾ ਕਿ ਚੰਡੀਗੜ੍ਹ ਪੰਜਾਬ ਦਾ ਹੈ ਤੇ ਇੱਥੇ ਇੱਕ ਆਰਜੀ ਅਰੇਂਜਮੈਂਟ ਕੀਤਾ ਗਿਆ ਸੀ ਪਹਿਲਾਂ ਕਿ DC ਨਾਰਮਲੀ ਹਰਿਆਣਾ ਕੇਡਰ ਦਾ ਲਾ ਦਿੱਤਾ ਜਾਂਦਾ ਸੀ, SSP ਪੰਜਾਬ ਕੇਡਰ ਦਾ ਹੀ ਰਿਹਾ ਹਮੇਸ਼ਾ ਜਿਹੜਾ ਉਸ ਅਰੇਂਜਮੈਂਟ 'ਚ। ਤੇ ਹੁਣ ਤੱਕ ਜਦੋਂ ਵੀ ਕੋਈ ਹਟਾਇਆ ਜਾਂਦਾ ਸੀ ਤਾਂ ਨਵਾਂ ਪੈਨਲ ਪਹਿਲਾਂ ਮੰਗ ਲਿਆ ਜਾਂਦਾ ਸੀ ਕਿ ਤੁਹਾਡੇ ਚੋਂ ਮਤਲਬ ਕੋਈ ਹੋਰ ਜਿਹੜਾ ਸਿਲੈਕਟ ਕਰਨਾ ਜੇ ਕੋਈ ਗੱਲ ਵੀ ਹੈ ਨਾ। ਇਹਦਾ ਮਤਲਬ ਇਹ ਹੈ ਵੀ ਜਾਂ ਤਾਂ ਗਵਰਨਰ ਸਾਹਿਬ ਪੰਜਾਬ ਦੀ ਗਵਰਨਮੈਂਟ ਨਾਲ ਰਾਬਤੇ 'ਚ ਨਹੀਂ ਤੇ ਜਾਂ ਰਾਬਤਾ ਕਰਨਾ ਨਹੀਂ ਚਾਹੁੰਦੇ ਜਾਂ ਆਪਣੇ ਤਰੀਕੇ ਨਾਲ ਇਹ ਗੱਲ ਕਰ ਰਹੇ ਨੇ। ਔਰ ਫਿਰ ਵੈਸੇ ਤਾਂ ਯੂਟੀ 'ਚ ਬੜੀ ਦੇਰ ਤੋਂ ਹੀ ਇਹ ਰਿਵਾਜ ਚੱਲਦਾ। ਹੁਣ ਉਹ ਆਲ ਇੰਡੀਆ ਦੀ ਜਿਹੜੀ ਇੱਕ ਬਾਕੀ ਸਰਵਿਸ ਹੈ ਨਾ, ਜਿਵੇਂ ਅਸਾਮ ਤੇ ਹੋਰ ਸੂਬਿਆਂ ਨਾਲ ਮਿਲ ਕੇ ਤੇ ਯੂਟੀ ਦੀ ਇੱਕ ਸਰਵਿਸ ਬਣਾਤੀ, ਉਹਦੇ ਤੇ 4 IPS ਅਫਸਰ ਉਹਦੇ ਲਾਤੇ ਪਹਿਲੇ, DGP ਉਹਦਾ, IG ਉਹਦਾ, ਬਾਕੀ ਉਹਦੇ। ਤਾਂ ਵੈਸੇ ਹੀ SSP ਵਾਲਾ ਜਿਹੜਾ ਇੱਕ ਫਾਰਮੂਲਾ ਸੀ, ਕਦੇ ਕੱਲਾ SSP ਮੇਨ ਹੁੰਦਾ ਸੀ, ਉਹ ਪਹਿਲਾਂ ਹੀ ਤੁਸੀਂ ਉਹਦੇ ਤੇ ਕਬਜ਼ਾ ਕਰ ਲਿਆ। ਫਿਰ ਯੂਟੀ ਦੀ ਤਰਫੋਂ ਤੁਸੀਂ ਮੁਲਾਜ਼ਮ ਭਰਤੀ ਕਰਨ ਲੱਗੇ। ਪਹਿਲਾਂ 60-40 ਦੀ ਰੇਸ਼ੋ ਸੀ ਵੀ ਜਿੰਨਾ ਚਿਰ ਇਹ ਨਹੀਂ ਜਾਂਦਾ 60% ਪੰਜਾਬ ਦੇ ਹੋਣਗੇ, 40% ਨੂੰ। ਇਹ ਜਿਹੜਾ ਇੱਕ ਤਰੀਕਾਕਾਰ ਹੈ ਸਾਰਾ, ਇਹ ਮਤਲਬ ਜਿਹੜੀ ਰਹਿੰਦੀ ਫੈਡਰਲਿਜ਼ਮ ਦੀ ਭਾਵਨਾ ਵੀ ਹੈ ਮਾੜੀ ਮੋਟੀ ਜਿਹੜੀ ਹਲਕੀ ਰਹਿ ਗਈ ਸੀ, ਔਰ ਉਹ ਵੀ ਖਤਮ ਕਰਨ ਦਾ ਇੱਕ ਬਹੁਤ ਵੱਡੀ ਕੋਸ਼ਿਸ਼ ਹੈ ਜਿਹੜੀ ਉਸ ਪਾਸੇ ਹੋ ਰਹੀ ਹੈ। ਪੰਜਾਬ ਦੀਆਂ ਸਰਕਾਰਾਂ ਜਾਂ ਪੰਜਾਬ ਦੀਆਂ ਪਾਰਟੀਆਂ ਇਹਦੇ ਤੇ ਜਿਸ ਸਿੱਧਤ ਦੇ ਨਾਲ ਸਟੈਂਡ ਲੈਣੇ ਚਾਹੀਦੇ ਨੇ, ਸਮੇਂ ਤੋਂ ਲੈ ਕੇ ਲਗਾਤਾਰ ਉਹ ਢਿੱਲੇ ਰਹੇ ਤੇ ਢਿੱਲੇ ਰਹਿੰਦੇ ਰਹੇ ਕਿ ਸੈਂਟਰ ਦਾ ਕਬਜ਼ਾ ਹੁੰਦਾ ਰਿਹਾ। ਇਸ ਇਸ਼ੂ ਦੇ ਉੱਤੇ ਤਾਂ ਸਭ ਤੋਂ ਜ਼ਿਆਦਾ ਇਮੀਡੀਏਟ ਸਾਡੇ ਸਾਹਮਣੇ ਇੱਕ ਸਵਾਲ ਮੈਂ ਤੁਹਾਤੋਂ ਜਾਣਨਾ ਚਾਹੁੰਦਾ, ਜਿਹੜਾ ਭਾਜੀ ਕਹਿੰਦੇ ਕਿ ਸੈਂਟਰ ਦਾ ਕਬਜ਼ਾ ਹੁੰਦਾ ਰਿਹਾ, ਕੀ ਪੰਜਾਬ ਦੀ ਸਰਕਾਰ ਕਮਜ਼ੋਰ ਹੈ ਜਾਂ ਪੰਜਾਬ ਦੀਆਂ ਰਾਜਨੀਤਿਕ ਧਿਰਾਂ ਸਾਰੀਆਂ ਕਮਜ਼ੋਰ ਨੇ ਕਿ ਸੈਂਟਰ ਮੂਹਰੇ ਗੋਡੇ ਟੇਕ ਚੁੱਕੀਆਂ? ਦੇਖੋ, ਵੈਸੇ ਤਾਂ ਸੈਂਟਰ ਦੀਆਂ ਸਾਡੀਆਂ ਜਿਹੜੀਆਂ ਪੰਜਾਬ ਦੀਆਂ ਧਿਰਾਂ ਬਿਲਕੁਲ ਕਮਜ਼ੋਰ ਹੋ ਗਈਆਂ। ਅਕਾਲੀ ਦਲ ਸੀ ਜਿਹੜਾ ਫੈਡਰਲਿਜ਼ਮ ਦਾ ਲੰਬਰਦਾਰ ਸੀ, ਬਹੁਤ ਜ਼ੋਰ ਲਾਇਆ ਉਹਨੇ ਸਾਰਾ ਕੁਝ। ਧਰਮ ਯੁੱਧ ਮੋਰਚਾ ਵੀ ਇਸੇ ਤੇ ਸੀ, ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਵੀ ਇਸੇ ਤੇ ਸੀ, ਤੇ ਉਹਦੇ ਲਈ ਇੰਨਾ ਸਾਰਾ ਕੁਝ ਮਾਰੋ ਮਾਰ ਹੋਣ ਤੋਂ ਬਾਅਦ ਵੀ ਉਹ ਫਿਰ ਉੱਥੇ 96 ਚ ਆ ਕੇ ਸੈਂਟਰ ਦੇ ਸੈਂਟਰਲਾਈਜ਼ਡ ਜਾਂ ਕੇਂਦਰੀਵਾਦੀ ਏਜੰਡੇ ਤੇ ਆ ਗਿਆ। ਤੇ ਬਾਦਲ ਨੇ ਜਿੰਨਾ ਰਾਜ ਕੀਤਾ ਉਹਨਾਂ ਦੇ ਏਜੰਡੇ ਤੇ ਕੀਤਾ। ਸਭ ਮੈਨੂੰ ਇਹ ਲੱਗਦਾ ਹੁੰਦਾ ਜਿਹੜਾ ਫੈਡਰਲਿਜ਼ਮ ਦਾ ਪੰਜਾਬ ਦਾ ਖਾਸ ਕਰਕੇ ਨੁਕਸਾਨ ਹੋਇਆ ਉਹ ਅਕਾਲੀ ਦਲ ਵੱਲੋਂ ਹੋਇਆ। ਰੀਜਨਲ ਪਾਰਟੀ ਤੋਂ ਕਦੇ ਵੀ ਤੁਸੀਂ ਇੰਨੀ ਉਮੀਦ ਨਹੀਂ ਕਰਦੇ ਹੁੰਦੇ ਵੀ ਇੰਨਾ ਉਹ ਸੈਂਟਰ ਦਾ ਸਾਰਾ ਏਜੰਡਾ ਲੈ ਲੇਗਾ। ਠੀਕ ਹੈ, ਰਾਜ ਕਰਨ ਲਈ ਸਮਝੌਤਾ ਵੀ ਕਰ ਲੈਂਦੇ ਆ, ਹੁੰਦਾ ਪਾਰਟੀਆਂ। DMK ਵੀ ਸੈਂਟਰ ਚ ਆ ਕੇ ਫਿਰ ਆਪਾਂ ਉਹਦੇ ਨਾਲ ਸਮਝੌਤੇ ਦੀ ਗਵਰਨਮੈਂਟ ਚ ਆ ਗਈ ਸੀ ਕੇਂਦਰ ਦੇ ਵਿੱਚ। ਪਰ ਜਿਸ ਤਰੀਕੇ ਨਾਲ ਅਕਾਲੀ ਦਲ ਨੇ ਕੀਤਾ, ਅਕਾਲੀ ਦਲ ਤਾਂ BJP ਤੋਂ ਵੀ ਕਈ ਵਾਰੀ ਨੈਸ਼ਨਲ ਇਸ਼ੂ ਤੇ ਉਦੋਂ ਵੀ ਜ਼ਿਆਦਾ ਸਖਤ ਹੋ ਕੇ ਬੋਲਦਾ, ਜੇ ਪਾਕਿਸਤਾਨ ਦੇ ਵਿਰੁੱਧ ਬੋਲਣਾ ਹੋਵੇ, ਹੋਰ ਸਾਰੇ ਜਿਹੜੇ ਇਸ਼ੂ ਹੋਵੇ, ਇਹਨਾਂ ਤੋਂ ਜ਼ਿਆਦਾ ਸਖਤ ਬੋਲਦਾ। ਇਸ ਕਰਕੇ ਮੈਨੂੰ ਸਭ ਤੋਂ ਵੱਡਾ ਨੁਕਸਾਨ ਜੇ ਲੱਗਦਾ ਪੰਜਾਬ ਦੇ ਵਿੱਚ ਜਿਹੜੀ ਅਖਲਾਕੀ ਲੈਵਲ ਤੇ ਵੱਡੀ ਜ਼ਿਆਦਾ ਗਿਰਾਵਟ ਜਾਂ ਕਮਜ਼ੋਰੀ ਦਿਖਾਈ ਹੈ, ਉਹ ਅਕਾਲੀ ਦਲ ਨੇ ਦਿਖਾਈ ਹੈ। ਉਹ ਲਗਾਤਾਰ ਦਿਖਾਉਂਦਾ ਤੁਰਿਆ ਆ ਰਿਹਾ, ਹਜੇ ਤੱਕ ਵੀ ਉਸੇ ਸਮਝੌਤੇ ਦੇ ਦੌਰ 'ਚ ਹੀ ਹੈ ਸਾਰਾ ਕੁਝ। ਰੀਜਨਲ ਪਾਰਟੀ, ਇੱਕ ਲਾਸਟ ਗੱਲ ਇਹ ਹੈ ਵੀ ਰੀਜਨਲ ਪਾਰਟੀ ਖੜੀ ਵੀ ਨਹੀਂ ਹੋਣ ਦਿੱਤੀ ਉਹਨੇ। ਰੀਜਨਲ ਪਾਰਟੀ ਖੜੀ ਵੀ ਨਹੀਂ ਹੋਣ ਦਿੱਤੀ ਤੇ ਜਿਹੜੀਆਂ ਦੂਜੀਆਂ ਪਾਰਟੀਆਂ ਰਾਸ਼ਟਰੀ ਪਾਰਟੀਆਂ ਬਣੇ। ਹੁਣ ਜਿਹੜੀ ਨਵੀਂ ਆਈ ਹੈ ਉਹ ਵੀ ਕਹਿੰਦੇ ਅਸੀਂ ਰਾਸ਼ਟਰੀ ਪਾਰਟੀ ਬਣ ਗਏ। ਕਾਂਗਰਸ ਪਹਿਲਾਂ ਹੀ ਰਾਸ਼ਟਰੀ ਪਾਰਟੀ ਸੀ, ਪਰ ਪੰਜਾਬ ਦੇ ਮੂਹਰੇ ਭਾਜੀ ਇਹ ਵੱਡੀ ਚੁਣੌਤੀ ਨਹੀਂ ਖੜੀ ਹੋਊਗੀ ਜਾਂ ਬਾਕੀ ਸੂਬਿਆਂ ਮੂਹਰੇ ਕਿ NIA ਜਿੱਥੇ ਚਾਹੇ ਉੱਥੇ ਜਾ ਕੇ ਜਾਂਚ ਪੜਤਾਲ ਕਰ ਲਵੇ, ਸੂਬੇ ਨੂੰ ਪੁੱਛਣ ਦੀ ਲੋੜ ਨਹੀਂ, ਸੂਬੇ ਸਰਕਾਰ ਤੋਂ ਮਨਜ਼ੂਰੀ ਦੀ ਲੋੜ ਨਹੀਂ। ਅੱਧੇ ਤੋਂ ਵੱਧ ਪੰਜਾਬ ਬਿਨਾਂ ਕੇਂਦਰ ਦੇ ਕੰਟਰੋਲ ਤੋਂ ਕੰਟਰੋਲ 'ਚ ਹੈ, ਕਿਉਂਕਿ ਕਹਿੰਦੇ ਜੀ ਉੱਥੇ ਦੀਆਂ ਫੋਰਸਾਂ 50 ਕਿਲੋਮੀਟਰ ਤੱਕ ਪੰਜਾਬ ਦੇ ਅੰਦਰ ਆ ਸਕਦੀਆਂ। ਪੰਜਾਬ ਦੇ ਪਾਣੀਆਂ ਦੇ ਉੱਤੇ ਕੇਂਦਰ ਦਾ ਕੰਟਰੋਲ ਹੋ ਗਿਆ, BBMP ਚੋਂ ਪੰਜਾਬ ਨੂੰ ਬਾਹਰ ਕਰਤਾ। ਤੇ ਇਹ ਸਾਰੇ ਪਹਿਲੂਆਂ ਤੋਂ ਕੀ ਲੱਗਦਾ ਕਿ ਪੰਜਾਬ ਹੁਣ ਇਸ ਮਸਲੇ ਦੇ ਕੇਂਦਰ ਮੂਹਰੇ ਅੜੇਗਾ? ਨਹੀਂ, ਇਹ ਵੀ ਇੱਕ ਦਬੰਧ ਤੁਸੀਂ ਦੇਖੋ ਕਿਹੋ ਜਿਹਾ ਕਿ ਪੰਜਾਬ ਉਹਨਾਂ 'ਚ ਸ਼ਾਮਲ ਤਾਂ ਹੈ 9 ਸਟੇਟਾਂ 'ਚ ਜਿਨ੍ਹਾਂ ਨੇ ਇਹ ਕਹਿਤਾ ਕਿ ਅਸੀਂ CBI ਦੀ ਸਰਵਿਸ ਸਾਨੂੰ ਨਹੀਂ ਚਾਹੀਦੀ ਹੈ ਨਾ, ਕਿ CBI ਪਹਿਲਾਂ ਕਹਿੰਦੇ CBI ਦੀ ਮੰਗ ਕਰੋ। ਇਹਦਾ ਮਤਲਬ ਆ ਕੇ ਕੋਈ ਦਖਲ ਦਿੰਦੀ ਹੈ ਗਵਰਨਮੈਂਟ ਆਫ ਇੰਡੀਆ ਤਾਂ ਹੀ ਕਰਦੇ ਹੋ। ਦੂਜੇ ਪਾਸੇ ਜਦੋਂ NIA ਆਈ, ਤੁਸੀਂ ਲੋਕ ਸਭਾ ਦੇ ਵਿੱਚ ਉਹਦੇ ਪੱਖ 'ਚ ਵੋਟ ਪਾਉਂਦੇ ਨੇ ਸਾਰੀਆਂ ਪਾਰਟੀਆਂ। ਜਿਹੜੀ ਪਾਰਟੀਆਂ ਨੇ, ਪਾਰਟੀਆਂ ਰਿਪਰੈਜ਼ੈਂਟ ਕਰਦੀਆਂ ਨੇ, ਕਦੇ ਅਕਾਲੀ, ਕਦੇ ਆਪ, ਕਦੇ ਮਤਲਬ ਕਾਂਗਰਸ। ਪੰਜਾਬ 'ਚ ਹੋਰ ਤਾਂ ਕੋਈ ਆਇਆ ਨਹੀਂ। ਇਹਨਾਂ ਦੇ ਨੁਮਾਇੰਦਿਆਂ ਨੇ NIA ਵਾਲੇ ਬਿੱਲ ਨੂੰ ਪਾਸ ਕਰਨ ਦੇ ਲਈ ਮਨਜ਼ੂਰੀ ਦਿੱਤੀ 2019 ਦੇ ਵਿੱਚ, ਹਾਮੀ ਭਰੀ ਉਹਦੇ ਹੱਕ ਦੇ ਵਿੱਚ ਕਿਸੇ ਨਾ ਕਿਸੇ ਰੂਪ 'ਚ, ਚਾਹੇ ਡਾਇਰੈਕਟ ਵੋਟ ਪਾਈ, ਚਾਹੇ ਐਬਸੈਂਟ ਰਹਿ ਗਏ, ਚਾਹੇ ਜੋ ਮਰਜ਼ੀ ਕੀਤਾ, ਮਤਲਬ ਤੁਹਾਡਾ ਇਹ ਚੀਜ਼ਾਂ ਨੇ। ਔਰ ਉਦੋਂ ਬਾਅਦ
ਫਿਰ ਥੋੜਾ ਜਿਹਾ ਰੌਲਾ ਪਿਆ, ਉਹਨਾਂ ਨੇ ਕਿਹਾ ਕਿ 50 ਕਿਲੋਮੀਟਰ ਦੇ ਦਾਇਰੇ ਦੇ ਵਿੱਚ BSF ਜਾਊਗੀ ਜੀ, ਪੰਜਾਬ ਵੀ ਤੇ ਹਨਾ ਮਾੜਾ ਜਿਹਾ ਇੱਕ ਰਸਮ ਜੀ ਨਿਭਾਈ ਥੋੜੀ ਜੀ ਕਿ ਚਲੋ ਜੀ ਆਪਾਂ ਵਿਰੋਧ ਰਸਮੀ ਦਰਜ ਕਰਾਤਾ, ਬਿਆਨ ਦੇਤਾ, ਪ੍ਰੈਸ ਕਾਨਫਰੰਸ ਕਰਤੀ, ਵਿਧਾਨ ਸਭਾ 'ਚ ਇੱਕ ਮਤਾ ਪਾਤਾ, ਪਰ ਉਹਦੇ 'ਚ ਸਿਆਸੀ ਲੜਾਈ ਕਿੱਥੇ ਹੈ? ਉਹ ਕਿਤੇ ਦਿਖਾਈ ਨਹੀਂ ਦਿੱਤੀ ਕਿ ਤੁਸੀਂ ਲੜ ਰਹੇ ਹੋ। ਇਸੇ ਤਰ੍ਹਾਂ GST ਦਾ ਜਿਹੜਾ ਬਹੁਤ ਬੜਾ ਮੁੱਦਾ ਹੈ ਨਾ, ਜਿਹੜਾ ਕਿਉਂਕਿ ਕੋਈ ਵੀ ਸਟੇਟ ਜਾਂ ਕੋਈ ਵੀ ਇਲਾਕਾ ਕਿਵੇਂ ਚੱਲਦਾ ਹੈ, ਜੇ ਉਹਦੇ ਕੋਲ ਪੈਸਾ ਹੋਊਗਾ, ਰੈਵਨਿਊ ਹੋਊਗਾ, ਔਰ ਉਹ ਪੈਸੇ ਦਾ ਸਾਰੀ ਸੈਂਟਰਲਾਈਜ਼ਡ ਕੇਂਦਰ ਨੇ ਕਰ ਲਈ GST ਰਾਹੀਂ। 1 ਜੁਲਾਈ 2017 ਤੋਂ ਰਾਤ ਨੂੰ, ਜਿਵੇਂ ਆਜ਼ਾਦੀ ਦੀ ਦੂਜੀ ਲੜਾਈ ਹੈ ਹਨਾ, ਪੂਰਾ 12 ਵਜੇ ਰਾਤ ਨੂੰ ਪਾਰਲੀਮੈਂਟ ਦਾ ਸੈਸ਼ਨ ਸੱਦਿਆ ਜਾਂਦਾ ਹੈ। ਉਹ ਕਹਿੰਦੇ ਐਡਾ ਵੱਡਾ ਸੋਧ ਹੋ ਗਿਆ ਜੀ, ਜੇ ਕਰ ਲਿਆ ਉਹ ਕਰ ਲਿਆ। ਉਹਦੇ ਚ ਫਿਰ ਕੀ ਹੋ ਗਿਆ? ਇੱਕ ਤਾਂ ਇਹ ਹੋ ਗਿਆ ਕਿ ਰਾਜਾਂ ਦਾ ਟੈਕਸ ਲਾਉਣ ਦਾ ਹੱਕ ਤੇ ਟੈਕਸ ਵਸੂਲਣ ਦਾ ਹੱਕ, ਜਾਂ ਕਿਸੇ ਨੂੰ ਟੈਕਸ ਮੁਕਤ ਕਰਨ ਦਾ ਹੱਕ ਇਹ ਖੋਹ ਲਿਆ। ਤਾਂ ਸਟੇਟ ਕਾਹਦੀ ਰਹੇਗੀ ਜੀ ਜੇ ਤੁਹਾਡੇ ਕੋਲ ਹੱਕ ਹੀ ਨਾ ਰਿਹਾ? ਕਿਹਨੂੰ ਫਾਇਦਾ ਦੇਣਾ, ਕਿਹਨੂੰ? ਦੂਜੀ ਗੱਲ, ਕੇਂਦਰ ਸਰਕਾਰ ਇਹ ਕਰਦੀ ਹੈ ਕਿ ਕੁਝ ਚੀਜ਼ਾਂ GST ਚੋਂ ਬਾਹਰ ਛੱਡੀਆਂ ਨੇ, ਜਿਵੇਂ ਜਹਾਜ਼ਾਂ ਲਈ ਤੇਲ ਦਾ ਸਵਾਲ ਹੈ, ਗੈਸੋਲੀਨ ਹੈ, ਟੋਟਲ ਪੈਟਰੋਲ ਡੀਜ਼ਲ ਹੈ, ਰੀਅਲ ਐਸਟੇਟ ਹੈ, ਇਹ ਸਾਰੀਆਂ ਚੀਜ਼ਾਂ ਬਾਹਰ ਨੇ। ਹੁਣ ਇਹਦੇ ਤੇ ਕੇਂਦਰ ਸਰਕਾਰ ਕੀ ਮਤਲਬ ਧੋਖਾ ਕਰ ਰਿਹਾ ਟੋਟਲ ਰਾਜਾਂ ਦੇ ਨਾਲ? ਜਿਹੜਾ ਤਾਂ ਉਹ ਕਸਟਮ ਡਿਊਟੀ ਲਾਉਂਦੀ ਹੈ ਕਿਸੇ ਤੇ ਵੀ, ਜਾਂ ਟੈਕਸ ਲਾਉਂਦੀ ਹੈ ਓਵਰਆਲ, ਜਿਹੜਾ GST ਦੇ ਬਾਈ ਬੈਟ ਦੇ ਰੂਪ ਚ ਵੀ, ਸੇਲ ਟੈਕਸ ਦੇ ਰੂਪ ਦੇ ਵਿੱਚ ਵੀ, ਉਹਦਾ ਤਾਂ 41% ਰਹਿ ਗਿਆ ਹੁਣ, ਕਿਉਂਕਿ ਜੰਮੂ ਕਸ਼ਮੀਰ ਵੀ ਡਿਊਟੀ ਬਣਾਤੀ, ਪਹਿਲਾਂ 42% ਸੀ, ਉਹਦਾ 41% ਹਿੱਸਾ ਰਾਜਾਂ 'ਚ ਵੰਡਣਾ ਪਊਗਾ। ਕੇਂਦਰ ਨੇ ਇੱਕ ਤਰੀਕਾ ਅਪਣਾ ਲਿਆ ਕਿ ਇਹਨਾਂ ਚੀਜ਼ਾਂ ਤੇ, ਪੈਟਰੋਲ ਡੀਜ਼ਲ ਬਾਕੀ ਤੇ ਸਰਚਾਰਜ ਲਾ ਦੋ ਤੇ ਸੈਸ ਲਾ ਦੋ। ਸਰਚਾਰਜ ਤੇ ਸੈਸ ਦੇ ਰੂਪ ਦੇ ਵਿੱਚ ਲਗਭਗ 2-2.5 ਲੱਖ ਕਰੋੜ ਰੁਪਇਆ ਕਮਾ ਕੇ ਤੁਸੀਂ ਇਹਨਾਂ ਨੂੰ ਪੰਜੀ ਨਹੀਂ ਦਿੰਦੇ, ਕਿਉਂਕਿ ਉਹਦੇ ਚ ਸੰਵਿਧਾਨਕ ਤੌਰ ਤੇ ਤੁਸੀਂ ਚਲੇ ਜਾਂਦੇ ਹੋ। ਉਹ ਪੈਸੇ ਦਾ ਹਿੱਸਾ ਵੀ ਤੁਹਾਡੇ ਕੋਲ ਨਹੀਂ ਆ ਰਿਹਾ, ਠੂਠਾ ਤੁਸੀਂ ਫੜੀ ਬੈਠੇ ਹੋ। ਜੇ ਇਹ GST ਸਮੇਂ ਸਿਰ ਕਹਿੰਦੇ ਨੇ ਕਿ ਸਾਨੂੰ ਦਿਓ, ਉਹ ਪਿਛਲੇ ਦਿਨਾਂ ਚ ਆਪਾਂ ਦੇਖਿਆ, ਉਹ ਕਹਿੰਦੇ ਇੱਥੋਂ ਨਹੀਂ ਮਿਲ ਸਕਦਾ, ਤੁਹਾਨੂੰ ਵਿਆਜ ਤੇ ਦਵਾ ਦਿੰਦੇ ਆ, ਗਾਰੰਟੀ ਅਸੀਂ ਲੈ ਦਿੰਦੇ ਆ। ਪਹਿਲਾਂ ਹੀ ਕਰਜ਼ੇ ਦੇ ਜਾਲ ਚ ਫਸੇ ਸੂਬੇ, ਉਹ ਵਿਆਜ ਤੇ ਲੈ ਕੇ ਹੋਰ ਕੀ ਕਰਨਗੇ? ਮਤਲਬ ਕਿਵੇਂ ਇਹ ਚੀਜ਼ਾਂ ਦੇਣਗੇ? ਇੱਕ ਤਾਂ GST ਦਾ ਇਹ ਬਹੁਤ ਵੱਡਾ ਕੁਐਸਚਨ ਹੈ। GST ਤੇ ਆਉਣਾ ਭਾਜੀ ਦੁਬਾਰਾ, ਮੈਂ ਸਿੱਧੂ ਸਾਹਿਬ ਤੋਂ ਜਾਣਨਾ ਚਾਹਣਾ। ਸਿੱਧੂ ਸਾਹਿਬ, ਜਦੋਂ GST ਦਾ ਮੁੱਦਾ ਸੀ ਤਾਂ ਮਨਪ੍ਰੀਤ ਬਾਦਲ ਬੜੇ ਗੋਗੇ ਗਾਉਂਦਾ ਸੀ, ਉਹ ਤਾਂ ਬਾਹਾਂ ਖੜੀਆਂ ਕਰਕੇ ਕਹਿੰਦਾ ਸੀ ਕਿ ਬਦਲਾਅ ਬੜੇ ਕਮਾਲ ਦਾ ਆ ਗਿਆ। ਤਾਂ ਤੇ ਫਿਰ ਅੱਜ GST ਦੇ ਮਾਮਲੇ ਤੇ ਮੈਂ ਦੇਖ ਰਿਹਾ ਕਿ ਦੇਸ਼ ਦੀ ਜਿਹੜੀ ਕੁੱਲ ਮਤਲਬ GST ਦੀ ਆਮਦਨ ਹੈ ਉਹ ਚ ਵਾਧਾ ਹੋ ਰਿਹਾ, ਪੰਜਾਬ ਦੀ 10% ਘਟ ਗਈ। 10%। ਦੇਖੋ ਜੀ, ਸਭ ਤੋਂ ਜ਼ਿਆਦਾ ਜੇ ਨੁਕਸਾਨ ਕੀਤਾ ਤਾਂ ਮੈਂ ਇਕੱਲੇ ਬੰਦੇ ਨੂੰ ਕੀ ਕਹੀਏ, ਮਨਪ੍ਰੀਤ ਬਾਦਲ ਨੇ ਕੀਤਾ, ਕਿਉਂਕਿ ਇਹ GST ਦੀ ਉਸ ਟੀਮ ਦਾ ਮੈਂਬਰ ਵੀ ਸੀ ਜਿਹਨੇ ਸਾਰਾ ਕੁਝ ਬਣਾਇਆ। ਤੇ ਇਹ ਬਿਲਕੁਲ ਨਹੀਂ ਇਹਨੇ ਇੱਕ ਦਿਨ ਵੀ ਮਹਿਸੂਸ ਕੀਤਾ ਵੀ ਅਸੀਂ ਆ ਸਾਰਾ ਕੁਝ ਕਰ ਲਿਆ, ਹੁਣ ਬਾਅਦ ਚ ਕਹਿੰਦੇ ਵੀ ਇਹ ਗਲਤੀ ਹੋ ਗਈ ਸਾਰੀ ਕਿਸੇ ਲੈਵਲ ਤੇ। ਉਹ ਤਾਂ ਕੀ ਕਹਿਣਾ ਸੀ ਇਹਨਾਂ ਨੇ? ਬੇਸਿਕਲੀ ਜਿਹੜਾ ਸਾਰਾ ਕੁਝ ਹੋ ਗਿਆ, ਸੈਂਟਰਲਾਈਜੇਸ਼ਨ ਇਸ ਹੱਦ ਤੱਕ ਹੋ ਗਈ ਵੀ ਉਹਨਾਂ ਕੋਲੇ ਐਜੂਕੇਸ਼ਨ, ਉਹਨਾਂ ਕੋਲੇ ਇਰੀਗੇਸ਼ਨ, ਉਹਨਾਂ ਕਿਹੜਾ ਜਿਹੜਾ ਏਰੀਆ ਉਹਨਾਂ ਨੇ ਛੱਡਤਾ ਹੋਵੇ, ਸਾਰਾ ਤਕਰੀਬਨ ਸੈਂਟਰਲਾਈਜੇਸ਼ਨ ਹੋ ਗਈ। ਇਸੇ ਕਰਕੇ ਉਹਨਾਂ ਨੇ ਰਾਜ ਵੀ ਜਿਹੜਾ ਮੈਜੋਰਿਟੇਰੀਅਨ ਹੋ ਗਿਆ। ਹੁਣ ਮੈਜੋਰਿਟੇਰੀਅਨ ਤਾਂ ਮੋਦੀ ਦੇ ਰਾਜ ਦੇ ਵਿੱਚ ਐਸਟੈਬਲਿਸ਼ ਹੋ ਗਿਆ, ਮੈਜੋਰਿਟੇਰੀਅਨ ਹੈ। ਮੈਜੋਰਿਟੇਰੀਅਨ ਰਾਜ ਦੇ ਨਾਲ ਜਿੱਥੇ ਤੱਕ ਪੰਜਾਬ ਦਾ ਸਵਾਲ ਹੈ, ਮੈਜੋਰਿਟੇਰੀਅਨ ਪੰਜਾਬ ਨੂੰ ਕੁਝ ਨਹੀਂ ਦਿੰਦਾ, ਜਿਸ ਸਿਸਟਮ ਇੱਥੇ ਹੋਇਆ। ਤੇ ਮੈਂ ਇਸ ਨੂੰ ਬੇਸਿਕ ਗੱਲ ਇਹੀ ਸਮਝਦਾ ਵੀ ਸਾਡੀ ਗਲਤੀ ਦੇ ਜਿਹੜੀ ਜੜ੍ਹਾਂ ਹੈ ਉਹ ਬਹੁਤ ਦੂਰ ਤੱਕ ਪਈਆਂ ਸਾਡੇ। ਜਿਹੜਾ ਜਦੋਂ ਅਸੀਂ ਕੰਸਟੀਟਿਊਸ਼ਨ ਅਸੈਂਬਲੀ ਦੇ ਮੈਂਬਰ ਬਣੇ ਤੇ ਸਾਰਾ ਮਨੋਰਥ ਪੱਤਰ ਇਹ ਸੀ ਕਿ ਸਟੇਟਾਂ ਕੋਲੇ ਸਾਰੇ ਪਾਵਰ ਹੋਣਗੇ, ਸੈਂਟਰ ਕੋਲੇ ਰੈਜ਼ੀਡੂਅਲ ਪਾਵਰ ਸਾਰੇ ਸਟੇਟਾਂ ਤੇ ਫੈਡਰਲ ਸਿਸਟਮ ਹੋਊਗਾ। ਉਹ ਇਹਨਾਂ ਦੇ ਦੇਖਦੇ ਹੀ ਉੱਥੇ ਹੀ ਖਤਮ ਕਰਤਾ ਕੰਸਟੀਟਿਊਸ਼ਨ ਬਣਨ ਤੱਕ ਹੀ। ਉਦੋਂ ਪਿੱਛੋਂ ਜਿੰਨਾ ਵੀ ਲਾਗੂ ਕੀਤਾ ਸਾਰਾ ਕੁਝ ਉਹ ਸੈਂਟਰਲਾਈਜੇਸ਼ਨ ਦਾ ਲਗਾਤਾਰ ਕਰਦੇ ਰਹੇ। ਕਿਹਨੂੰ ਅਸੀਂ ਕੋਈ ਲੈਂਗੁਏਜ ਬੇਸ ਤੇ ਸੂਬਾ ਡਿਮਾਰਕੇਟ ਕਰਨਾ, ਕਿਹਦਾ ਨਹੀਂ ਕਰਨਾ, ਸਾਰਾ ਕੁਝ ਉਹਨਾਂ ਨੇ ਉਸ ਐਂਗਲ ਤੋਂ ਹੀ ਕੀਤਾ, ਸਾਰਾ ਕੇਂਦਰੀਕਰਨ ਦੇ। ਤੇ ਫਿਰ ਇੰਦਰਾ ਗਾਂਧੀ ਵੇਲੇ ਜਾ ਕੇ ਮੋਸਟਲੀ ਕੇਂਦਰੀਕਰਨ ਦਾ ਪ੍ਰੋਸੈਸ ਸ਼ੁਰੂ ਹੋ ਗਿਆ, ਜਿਹੜਾ ਇਸ ਨੇ ਹੋਰ ਜ਼ਿਆਦਾ ਮੋਦੀ ਰਜੀਮ ਦੇ ਵਿੱਚ ਜਾ ਕੇ ਹੋਰ ਜ਼ਿਆਦਾ ਕੇਂਦਰੀਕਰਨ ਹੋ ਗਿਆ। ਇਹ ਹੁਣ ਮੋਦੀ ਦੇ ਰਾਜ 'ਚ ਜ਼ਿਆਦਾ ਹੋਇਆ, ਜਾਂ ਜਿਵੇਂ ਕਹਿ ਰਹੇ ਨੇ ਕਿ ਇੰਦਰਾ ਦੇ ਰਾਜ ਤੋਂ ਹੀ ਸ਼ੁਰੂ ਹੋ ਗਿਆ ਸੀ ਪੂਰੀ ਤਰ੍ਹਾਂ, ਕਿ ਉਸੇ ਰਾਹ ਤੇ ਮੋਦੀ ਚੱਲ ਰਿਹਾ, ਜਾਂ ਮੋਦੀ ਕੋਈ ਵੱਖਰਾ ਹੈ ਕੇਂਦਰੀਕਰਨ ਦਾ ਤਰੀਕਾ? ਨਹੀਂ, ਸ਼ੁਰੂ ਤਾਂ 47 ਚ ਹੀ ਹੋ ਗਿਆ ਸੀ, ਸੰਵਿਧਾਨ ਬਣਨ ਵੇਲੇ ਹੀ ਹੋ ਗਿਆ ਸੀ। ਕਿਉਂਕਿ ਕਾਰਨ ਇਹ ਸੀ ਕਿ ਜਿਹੜਾ ਦੇਸ਼ ਨੂੰ ਇੱਕ ਰੱਖਣ ਦੇ ਲਈ ਵੀ ਕੈਬਨਿਟ ਮਿਸ਼ਨ ਯੋਜਨਾ, 3 ਕੈਬਨਿਟ ਮਿਨਿਸਟਰਾਂ ਦੀਆਂ ਬ੍ਰਿਟਿਸ਼ ਦੇ ਦੀ ਇੱਕ ਕਮੇਟੀ ਆਈ ਸੀ। ਉਸ ਕਮੇਟੀ ਨਾਲ ਗੱਲਬਾਤ ਵੀ ਕਰ ਲਈ ਜਵਾਹਰ ਲਾਲ ਨਹਿਰੂ ਤੇ ਮੁਹੰਮਦ ਅਲੀ ਜਿਨਾਹ ਨੇ, ਮੰਨ ਵੀ ਲਿਆ। ਔਰ ਉਹ ਮੰਨ ਕੀ, ਉਹ ਮੋਰ ਫੈਡਰਲ ਕੰਟਰੀ ਚਾਹੁੰਦੇ ਸੀ ਵੀ ਜਿੱਥੇ ਜਿਹੜੇ ਹਿੱਸਿਆਂ ਦੇ ਵਿੱਚ ਦੇਸ਼ ਦੇ ਘੱਟ ਗਿਣਤੀ ਧਰਮ ਬਹੁ ਗਿਣਤੀ ਦੇ ਵਿੱਚ ਹੈ, ਮਤਲਬ ਜਿੱਥੇ ਘੱਟ ਗਿਣਤੀ ਬਹੁਤ,
ਉਹਨਾਂ ਨੂੰ ਇੰਨੇ ਕੁ ਜ਼ਿਆਦਾ ਅਧਿਕਾਰ ਦੇ ਦਿਓ ਤਾਂ ਕਿ ਉਹਨਾਂ ਨੂੰ ਇਹ ਲੱਗੇ ਕਿ ਸਾਡਾ ਅੱਗੇ ਭਵਿੱਖ ਦੇ ਵਿੱਚ ਸਾਡੇ ਨਾਲ ਕੋਈ ਜਾਤੀ ਨਹੀਂ ਹੋਏਗੀ। ਔਰ ਉਹਨੂੰ ਮੰਨ ਲਿਆ। ਸਭ ਤੋਂ ਪਹਿਲਾਂ ਜਵਾਹਰ ਲਾਲ ਨਹਿਰੂ ਨੇ ਬਿਆਨ ਦਿੱਤਾ ਉਹਦੇ ਤੇ ਕਿ ਜਦੋਂ ਦੇਸ਼ ਸੰਵਿਧਾਨ ਕਰਨੀ ਸਭਾ ਚ ਜਾਏਗਾ ਅਸੀਂ ਜਾਵਾਂਗੇ, ਕਾਂਗਰਸ ਕਿਸੇ ਪੁਰਾਣੇ ਸਮਝੌਤੇ ਦੀ ਪਾਬੰਦ ਨਹੀਂ ਹੋਏਗੀ। ਇਦੋਂ ਬਾਅਦ ਫਿਰ ਜਿਨ੍ਹਾਂ ਨੇ ਡਾਇਰੈਕਟ ਐਕਸ਼ਨ ਦਾ ਸੱਦਾ ਦਿੱਤਾ, ਪਾਕਿਸਤਾਨ ਬਣਿਆ, ਸਾਰਾ ਕੁਝ। ਜੇ ਉਦੋਂ ਹੀ ਸਹੀ ਅਰਥਾਂ ਚ ਫੈਡਰਲ ਦੇਸ਼ ਬਣਦਾ ਤਾਂ ਦੇਸ਼ ਟੁੱਟ ਵੀ ਨਹੀਂ ਸੀ ਸਕਦਾ। ਨਾ 10 ਲੱਖ ਮਰਦੇ, ਨਾ 40 ਲੱਖ ਜ਼ਖਮੀ ਹੁੰਦੇ, ਨਾ 2.5 ਕਰੋੜ ਲੋਕਾਂ ਨੂੰ ਇੱਧਰ ਉੱਧਰ ਹਿਜਰਤ ਕਰਨੀ ਪੈਂਦੀ। ਜਿਹੜਾ ਸੰਤਾਪ ਪੰਜਾਬੀਆਂ ਨੇ ਝੱਲਿਆ ਖਾਸ ਤੌਰ ਤੇ ਬੰਗਾਲੀਆਂ ਨੇ ਝੱਲਿਆ ਤੇ ਜ਼ਿਆਦਾਤਰ ਉਹ ਨਾ ਝੱਲਣਾ ਪੈਂਦਾ। ਫਿਰ ਉਦੋਂ ਬਾਅਦ ਇੱਕ ਮਿਨੋਰਟੀ ਕਮੇਟੀ ਬਣੀ, ਮਿਨੋਰਟੀ ਸਬ ਕਮੇਟੀ ਕਨਸਟੀਟਿਊਸ਼ਨ ਚ। ਉਹਨਾਂ ਨੇ ਜੋ ਸੁਰੱਖਿਆ ਦੇ ਲਈ ਆਪਣੀਆਂ ਰਿਕਮੈਂਡੇਸ਼ਨ ਕੀਤੀਆਂ ਉਹ ਰੱਦੀ ਦੀ ਟੋਕਰੀ ਸੁੱਟਤੀਆਂ, ਉਹ ਤੋਂ ਬਾਅਦ ਨਹੀਂ ਕਰ ਲਈਆਂ। ਇਹੀ ਕਾਰਨ ਹੈ ਕਿ ਸੰਵਿਧਾਨ ਦੇ ਤੁਰੰਤ ਬਾਅਦ 3 ਵੱਡੀਆਂ ਮਿਨੋਰਟੀ ਜਿਹੜੀਆਂ ਵੱਖ-ਵੱਖ ਸੂਬਿਆਂ ਸੀ ਉਹਨਾਂ ਦੇ ਲੀਡਰ ਗ੍ਰਿਫਤਾਰ ਹੋਏ। ਸ਼ੇਖ ਮੁਹੰਮਦ ਅਬਦੁੱਲਾ, ਮਾਸਟਰ ਤਾਰਾ ਸਿੰਘ, ਲਾਲ ਡੇਂਗਾ ਤੇ ਇਹ ਸਾਰੇ ਪਹਿਲਾਂ ਆਜ਼ਾਦ ਭਾਰਤ ਸਭ ਤੋਂ ਪਹਿਲੇ ਗ੍ਰਿਫਤਾਰ ਹੋਣ ਵਾਲੇ ਵੱਡੇ ਲੀਡਰਾਂ ਚੋਂ ਨੇ। ਨਾਲੇ ਮਾਸਟਰ ਤਾਰਾ ਸਿੰਘ ਦੀ ਜਵਾਹਰ ਲਾਲ ਨਹਿਰੂ ਨਾਲ ਦੋਸਤੀ ਵੀ ਸੀ। ਇਹ ਸ਼ੇਖ ਮੁਹੰਮਦ ਅਬਦੁੱਲਾ ਤੇ ਨਹਿਰੂ ਵੀ ਦੋਸਤ ਸੀਗੇ, ਪੰਡਿਤ ਜਵਾਹਰ ਲਾਲ ਨਹਿਰੂ ਵੀ। ਉਹ ਸਾਰੀਆਂ ਚੀਜ਼ਾਂ ਚੱਲਦੀਆਂ ਸੀ। ਪਰ ਮੈਨੂੰ ਇਹ ਲੱਗਦਾ ਕਿ ਉਦੋਂ ਪੰਡਿਤ ਜਵਾਹਰ ਲਾਲ ਨਹਿਰੂ ਅਸਲ 'ਚ ਸੋਵੀਅਤ ਯੂਨੀਅਨ ਤੋਂ ਪ੍ਰਭਾਵਿਤ ਸੀਗੇ ਕਿਸੇ ਨਾ ਕਿਸੇ ਤਰੀਕੇ ਨਾਲ। ਉਹ ਇੱਕ ਪਲਾਨਿੰਗ ਦੇਸ਼ ਦੇ ਵਿੱਚ ਚਾਹੁੰਦੇ ਸੀ ਵੀ ਇੱਕੋ ਜਿਹੀ ਪਲਾਨਿੰਗ ਆ, 5 ਸਾਲਾ ਯੋਜਨਾ ਦੀ ਲਾਗੂ ਹੋਈ। ਉਸ ਅਪਰੋਚ 'ਚ ਉਹਨਾਂ ਨੇ ਮਹਿਸੂਸ ਕੀਤਾ ਮੇਰੇ ਖਿਆਲ ਵੀ ਨਹੀਂ ਸਟੇਟਾਂ ਨੂੰ ਐਂ ਚੱਲਣ ਦੋ ਇਸੇ ਆਧਾਰ ਦੇ। ਮੋਦੀ ਵੀ ਤਾਂ ਇਸੇ ਰਾਹ ਤੇ ਸਾਹਿਬ। ਉਹ ਕਹਿੰਦਾ ਕਿ ਇੱਕ ਦੇਸ਼ ਇੱਕ ਭਾਸ਼ਾ, ਇੱਕ ਦੇਸ਼ ਇੱਕ ਟੈਕਸ, ਇੱਕ ਦੇਸ਼ ਇੱਕ ਮੰਡੀ। ਆ ਜਿਹੜੇ ਕਿਸਾਨ ਅੰਦੋਲਨ ਦੌਰਾਨ ਜਿਹੜੇ ਬਿੱਲਾਂ ਦੇ ਮਸਲਾ ਸੀ ਉਹ ਵੀ ਤਾਂ ਇਹੀ ਸੀਗਾ, ਪੂਰੇ ਦੇਸ਼ ਦੇ ਕਿਸਾਨੀ ਨੂੰ ਇੱਕ ਰੱਸੇ 'ਚ ਬੰਨ੍ਹ ਲਈਏ। ਜਦੋਂ ਕਿ ਦੇਸ਼ਾਂ 'ਚ ਵੱਖੋ-ਵੱਖ ਭਾਸ਼ਾ ਹੈ, ਵੱਖੋ-ਵੱਖ ਮਾਹੌਲ ਹੈ। ਮੈਂ ਜਿੰਨਾ ਕੁ ਬਚਪਨ ਤੋਂ ਪੜ੍ਹਿਆ ਕਿ ਭਾਰਤ ਭਾਈ ਸੂਬਿਆਂ ਨੂੰ ਮਿਲਾ ਕੇ ਬਣਿਆ ਹੋਇਆ ਮੁਲਕ ਹੈ ਤੇ ਇੱਥੇ ਹੁਣ ਇਹ ਸੂਬਿਆਂ ਨੂੰ ਕੰਟਰੋਲ ਕਰਨ ਵਾਲੀ ਸਥਿਤੀ ਹੈ। ਫਿਰ ਮੋਦੀ ਦੇ ਵਿੱਚ ਤੇ ਨਹਿਰੂ 'ਚ ਫਰਕ ਕੀ ਹੈ? ਫਿਰ ਦੇਖੋ ਬੇਸਿਕਲੀ ਤਾਂ ਇਹ ਇੱਕ ਭਾਰਤੀ ਉਪ ਮਹਾਦੀਪ ਹੈ। ਇਹਦੇ ਵਿੱਚ ਵੱਖਰੇ ਵੱਖਰੇ ਹਿੱਸਿਆਂ 'ਚ ਵੱਖਰੀ ਵੱਖਰੀ ਡਿਵੈਲਪਮੈਂਟ ਹੋਈ ਹੈ। ਉਸ ਵੇਲੇ ਜਿਹੜਾ ਕਮਿਊਨਿਸਟ ਪਾਰਟੀ ਦਾ ਜਿਹੜਾ ਇਹਨਾਂ ਬਾਰੇ ਸੀ ਉਹ ਪਾਕਿਸਤਾਨ ਦੀ ਸਪੋਰਟ ਕੀਤੀ ਸੀ ਕਮਿਊਨਿਸਟ ਪਾਰਟੀ ਨੇ, ਪਰ ਉਹਨਾਂ ਨੇ ਕਿਹਾ ਸੀ ਘੱਟੋ ਘੱਟ 17 ਹਿੱਸੇ ਹੋਣੇ ਚਾਹੀਦੇ ਸੀ। ਉਹਨਾਂ ਨੇ ਲਿਖਤੀ ਰੂਪ 'ਚ ਹਜੇ ਉਹਨਾਂ ਦਾ ਡਾਕੂਮੈਂਟ ਪਿਆ। ਅੱਛਾ ਜੀ। ਤੇ ਉਹ ਇਸੇ ਲੈਵਲ ਤੇ ਸੀ ਵੀ ਡਿਵੈਲਪਮੈਂਟ ਕਿਵੇਂ ਹੋਈ ਹੈ, ਫੈਡਰਲ ਸਿਸਟਮ ਕਿਵੇਂ ਇੱਥੇ ਰਹਿ ਸਕਦਾ ਵੀ ਜੇ ਤੁਸੀਂ ਪਾਕਿਸਤਾਨ ਬਣਾਉਣਾ ਤਾਂ ਦੂਜੇ ਹਿੱਸੇ ਵੀ ਕਰੋ। ਇਹ ਸਾਰਾ ਉਹਨਾਂ ਦਾ ਸੀ। ਪਰ ਇਹ ਜਿਹੜਾ ਪਹਿਲੇ ਦਿਨ ਤੋਂ ਹੀ ਕੋਸ਼ਿਸ਼ ਇਹ ਸੀ, ਇੱਕ ਤਾਂ ਉਹਨਾਂ ਨੂੰ ਡਰ ਸੀਗਾ, ਜਿਵੇਂ ਹਮੀਰ ਸਿੰਘ ਹੋਰਾਂ ਨੇ ਕਿਹਾ ਵੀ ਇਹ ਟੁੱਟ ਨਾ ਜਾਵੇ, ਇੱਧਰ ਡਰ ਸੀ, ਉਹਨਾਂ ਨੂੰ ਵੀ ਡਰ ਸੀਗਾ, ਪਾਕਿਸਤਾਨ ਵਾਲਿਆਂ ਨੂੰ ਵੀ ਡਰ ਸੀਗਾ। ਇਹ ਇਸ ਡਰ ਦੇ ਵਿੱਚੋਂ ਇਕੱਠੇ ਕਰਨ ਲਈ ਸੈਂਟਰ ਤਕੜਾ ਕਰਦੇ ਰਹੇ। ਸੈਂਟਰ ਇੰਨਾ ਤਕੜਾ ਕਰਦੇ ਰਹੇ, ਅਲਟੀਮੇਟਲੀ ਸੈਂਟਰ ਦੇ ਰੂਲਰ ਦੇ ਵਿੱਚ ਕੋਈ ਜਿਹੜੀ ਡੀਪ ਸਟੇਟ ਹੈ ਜਿਹੜੀ ਉਹ ਤਾਂ ਐ ਮਹਿਸੂਸ ਹੋਣ ਲੱਗ ਜਾਂਦਾ ਸਾਰਾ ਕੁਝ ਵੀ ਜਿਵੇਂ ਬ੍ਰਿਟਿਸ਼ ਵਾਲੀ ਐਡਮਿਨਿਸਟ੍ਰੇਟਿਵ ਸਟੇਟ ਸੀ, ਉਹ ਮੁੜ ਕੇ ਉਹਦੀ ਪੂਰਾ ਹੀ ਉਹਦੀ ਨਕਲੀ ਖੜਾ ਹੋ ਗਿਆ, ਸਾਰਾ ਕੁਝ ਨਕਲੀ। ਐਂ ਲੱਗਦਾ ਵੀ ਇੱਥੇ ਕੋਈ ਆਜ਼ਾਦੀ ਵਾਲੀ ਗੱਲ ਹੈ ਨਹੀਂ। ਇੱਥੇ ਉਹ ਡੀਪ ਸਟੇਟ ਜਿਹੜੀ ਬ੍ਰਿਟਿਸ਼ ਦੀ ਐਡਮਿਨਿਸਟ੍ਰੇਟਿਵ ਸੀ ਉਹ ਸਾਰੀ ਹੁਣ ਸਟੇਟ ਇੱਥੇ ਕੰਮ ਕਰਦੀ ਹੈ, ਜਿਸ ਤਰੀਕੇ ਦਾ ਸੈਂਟਰਲਾਈਜੇਸ਼ਨ ਇਹਨਾਂ ਨੇ ਕਰਤਾ। ਅਮੀਰ ਭਾਜੀ, ਮੈਂ ਪੰਜਾਬ ਵੱਲ ਮੁੜਾਂ। ਪੰਜਾਬ ਦੇ ਪਾਣੀਆਂ ਦਾ ਮਸਲਾ ਆਉਂਦਾ। ਹਰਿਆਣਾ ਕਹਿੰਦਾ ਅਸੀਂ ਜਮਨਾ ਚੋਂ ਨਹੀਂ ਦੇਣਾ, ਤੁਸੀਂ SYL ਦੇ ਦਿਓ। ਮੈਂਬਰ ਹੁਣ ਕੇਂਦਰ ਦੇ ਕੰਟਰੋਲ 'ਚ ਹੈ। ਹਿਮਾਚਲ ਦੇ ਨੁਮਾਇੰਦੇ ਉੱਥੇ ਪਾਣੀਆਂ ਤੇ ਆਪ ਬੈਠੇ ਨੇ ਤੇ ਪੰਜਾਬ ਦੇ ਪਾਣੀਆਂ ਦਾ ਮਸਲਾ ਵੀ ਗਿਆ। ਇਸੇ ਤਰ੍ਹਾਂ ਭਾਸ਼ਾ ਵਾਲੇ ਮਸਲੇ ਤੇ ਵੀ, ਭਾਸ਼ਾ ਪੰਜਾਬੀ ਬੋਲਦੇ ਖਿੱਤਿਆਂ ਵਾਲਾ ਮਸਲਾ ਵੀ, ਚੰਡੀਗੜ੍ਹ ਵਾਲਾ ਮਸਲਾ ਵੀ, ਹੁਣ ਅਸੀਂ ਕਹਿੰਦੇ 50 ਕਿਲੋਮੀਟਰ ਤੱਕ ਵੀ ਉਹਨਾਂ ਦੀ ਮਰਜ਼ੀ। ਫਿਰ ਇਸ ਮਸਲੇ ਤੁਹਾਨੂੰ ਲੱਗਦਾ ਹੈ ਕਿ ਕੋਈ ਸੂਬਾ ਪਹਿਲ ਕਦਮੀ ਕਰੂਗਾ ਕੇਂਦਰ ਖਿਲਾਫ ਆਵਾਜ਼ ਚੁੱਕਣ ਦੀ? ਆਪਾਂ GST ਵਾਲਾ ਮੁੱਦਾ ਵੀ ਵਿਚਾਰ ਰਹੇ ਹਾਂ ਇਹਦੇ ਵਿੱਚ। ਸੋ ਕੀ ਕੋਈ ਸੂਬਾ ਪਹਿਲ ਕਦਮੀ ਜਾਂ ਪੰਜਾਬ ਤੋਂ ਇਹੀ ਜਿਹੀ ਆਵਾਜ਼ ਫਿਰ ਉੱਠ ਸਕਦੀ ਹੈ ਜਿਹੜੀ ਕੇਂਦਰ ਨੂੰ ਸਵਾਲ ਕਰੇ ਕਿ ਭਾਈ ਨਹੀਂ, ਸੂਬਿਆਂ ਦੀ ਆਜ਼ਾਦੀ ਦਾ ਸਵਾਲ ਹੈ? ਨਹੀਂ, ਜੇ ਸੂਬਿਆਂ ਦੀ ਆਜ਼ਾਦੀ ਦਾ ਸਵਾਲ ਉੱਠੇਗਾ ਨਹੀਂ ਤਾਂ ਦੇਸ਼ ਦਾ ਮਤਲਬ ਹੀ ਨਹੀਂ ਇਕੱਠਾ ਰਹਿ ਜੇ ਕਦੇ ਵੀ ਨਾ। ਅੱਜ ਤੱਕ ਸੈਂਟਰਲਾਈਜ਼ਡ ਦੇਸ਼ ਕਦੇ ਇਕੱਠੇ ਰਹਿੰਦੇ ਦੇਖੇ ਨੇ? ਫੌਜੀ ਰਾਜ ਸੀ ਬੰਗਲਾਦੇਸ਼ ਤਾਂ ਤੁਰੰਤ ਬਣ ਗਿਆ। ਸੋਵੀਅਤ ਯੂਨੀਅਨ ਤਾਂ ਦੂਜੀ ਵੱਡੀ ਤਾਕਤ ਸੀ, ਕਿਵੇਂ ਕਿੰਨੇ ਕੰਟਰੀਆਂ 'ਚ ਟੁੱਟ ਗਿਆ। ਇਸੇ ਤਰ੍ਹਾਂ ਉਦੋਂ ਇਲਾਵਾ ਵੀ ਕਿੰਨੇ ਕੰਟਰੀ ਨੇ ਜਿਹੜੇ ਆਪਸ ਦੇ ਵਿੱਚ ਟੁੱਟ ਗਏ, ਜਿਹੜੇ ਉਸ ਪੱਧਰ ਦੇ ਜਿਹੜਾ ਜ਼ਬਰਦਸਤੀ ਗੱਠਜੋੜ ਨਹੀਂ ਹੁੰਦਾ, ਉਹਦੇ ਲਈ ਟਾਈਮ ਲੱਗ ਸਕਦਾ। ਲੋਕਾਂ ਨੂੰ ਤੁਸੀਂ ਸੰਤੁਸ਼ਟ ਕਰਕੇ ਉਹਨਾਂ ਦੀ ਸੱਭਿਆਚਾਰ, ਉਹਨਾਂ ਦੀ ਬੋਲੀ, ਉਹਨਾਂ ਦਾ ਇਤਿਹਾਸਕ ਪਿਛੋਕੜ, ਉਹਨਾਂ ਦੀ ਸੱਤਾ ਦੇ ਵਿੱਚ ਹਿੱਸੇਦਾਰੀ ਉਹ ਪਵਾ ਕੇ ਤਾਂ ਇਕੱਠਾ ਰੱਖ ਸਕਦੇ ਹੋ, ਸੰਤੁਸ਼ਟ ਕਰਕੇ। ਵੈਸੇ ਨਹੀਂ ਤੁਸੀਂ ਇਕੱਠਾ ਰੱਖ ਸਕਦੇ ਉਸ ਪੱਧਰ ਦੇ ਉੱਤੇ। ਔਰ ਜੇਕਰ ਇਹ ਜਿਹੜੇ ਈਵਨ ਸੰਵਿਧਾਨਕ ਤੌਰ ਤੇ ਹੀ ਥੋੜਾ ਬਹੁਤ ਬਚਿਆ ਜਿਹੜਾ ਫੈਡਰਲਿਜ਼ਮ ਸੀ, ਜਿਹੜਾ ਪੜ੍ਹਾਇਆ ਵੀ ਜਾਂਦਾ ਸਾਡੇ ਕਿਤਾਬਾਂ 'ਚ ਪੋਲੀਟੀਕਲ ਸਾਇੰਸ 'ਚ ਨਾ, ਇਹਨੂੰ ਇਕਾਤਮਿਕ ਸੰਵਿਧਾਨ ਦੇ ਤੌਰ ਤੇ ਪੜ੍ਹਾਇਆ ਜਾਂਦਾ ਹੈ। ਇਹ ਕੁਝ ਹੀ ਮਤਲਬ ਫੈਡਰਲ ਹੈ, ਪੂਰਾ ਫੈਡਰਲ ਨਹੀਂ ਹੈ ਉਸ ਪੱਧਰ ਦੇ ਉੱਤੇ। ਪੂਰੇ ਫੈਡਰਲ ਦਾ ਤਾਂ ਅਲੱਗ ਹੈ। ਇੱਕ ਫੈਡਰਲਿਜ਼ਮ ਦੀ ਐਗਜ਼ਾਮਪਲ ਸਾਡੇ ਕੋਲ ਸੀ ਜੰਮੂ ਕਸ਼ਮੀਰ, 2019 ਚ ਆ ਕੇ ਇਹਨਾਂ ਨੇ ਜਮਾ ਉਹਨੂੰ ਵੀ ਠੂਠਾ ਫੜਾਤਾ, ਜੂਟੀ ਚ ਬਦਲਤਾ ਉਸ ਪੱਧਰ ਦੇ ਉੱਤੇ। 2 ਹਿੱਸੇ ਵੀ ਕਰਤੇ, 2 ਹਿੱਸਿਆਂ ਚ।
ਅਸੀਂ ਨਕਲ ਕਿਹਦੀ ਮਾਰਦੇ ਆ? ਅਮਰੀਕਾ ਦੀ, ਕੈਨੇਡਾ ਦੀ। ਅਮਰੀਕਾ ਜਿੱਥੇ ਡਬਲ ਝੰਡਾ ਵੀ ਹੈ, ਜਿੱਥੇ ਸਟੇਟਾਂ ਨੂੰ ਇੰਨਾ ਰਾਈਟ ਹੈ ਕਿ ਉਹ ਆਪਦਾ ਵਿਦੇਸ਼ ਦੇ ਮਾਮਲੇ ਵੀ ਕਿੰਨੇ ਹੱਦ ਤੱਕ ਇੱਕ ਦੂਜੇ ਨਾਲ ਗੱਲਬਾਤ ਕਰਦੇ ਨੇ ਤੇ ਉਸ ਪੱਧਰ ਦੇ ਉੱਤੇ ਨੇ। ਤੇ ਉਹ ਕੈਨੇਡਾ ਵਰਗੇ ਸੂਬੇ ਜਿੱਥੇ ਕਿੰਨੇ ਸੂਬਿਆਂ ਦੇ ਵਿੱਚ ਕੈਨੇਡਾ ਦੇ ਵਿੱਚ ਰੈਫਰੈਂਡਮ ਦਾ ਰਾਈਟ ਹੈ। ਜੇ ਤੁਸੀਂ ਆਪਣਾ ਅਲੱਗ ਹੋਣਾ ਚਾਹੁੰਦੇ ਹੋ ਤੇ ਰੈਫਰੈਂਡਮ ਲੋਕ ਨਹੀਂ ਚਾਹੁੰਦੇ, ਉਹ ਅਲੱਗ ਸਵਾਲ ਹੈ। ਜੇ ਬ੍ਰਿਟਿਸ਼ ਦੇ ਫੈਸਲੇ ਵੀ ਹੋਏ ਨੇ ਆ ਪਿੱਛੇ, ਮਤਲਬ ਉਹਨਾਂ ਨੇ ਯੂਰਪ ਨਾਲ ਰਹਿਣਾ ਜਾਂ ਨਹੀਂ ਰਹਿਣਾ, ਉਹ ਵੀ ਰੈਫਰੈਂਡਮ ਨਾਲ ਹੋਇਆ। ਸਾਡੇ ਡੈਮੋਕ੍ਰੇਸੀ ਦਾ ਲੈਵਲ ਉਹ ਕਿੱਥੇ ਹੈ ਕਿ ਲੋਕਾਂ ਦੀ ਸੁਣੀ ਜਾਂਦੀ ਹੋਵੇ? ਅਸੀਂ ਚਲਦੇ ਜਿੰਨਾ ਚ ਸੰਵਿਧਾਨ ਚ ਦਿੱਤੀ ਸੀ ਸਿੱਖਿਆ ਜਿਹੜੀ ਆ ਉਹ ਸਟੇਟ ਸਬਜੈਕਟ ਦਾ, ਸਟੇਟ ਉਹਨੂੰ ਰਨ ਕਰਦਾ ਸੀ। ਖੇਤੀਬਾੜੀ ਅੱਜ ਜਿਹੜੀ ਐਜੂਕੇਸ਼ਨ ਪਾਲਿਸੀਆਂ ਲਿਆ ਤੁਸੀਂ ਟੋਟਲ ਕੇਂਦਰ ਦੇ ਕੰਟਰੋਲ ਚ ਹੋਗੀ, ਹਰ ਸਿਲੇਬਸ ਤੋਂ ਲੈ ਕੇ ਹਰ ਚੀਜ਼। ਸਿਹਤ ਟੋਟਲ ਤੁਸੀਂ ਕੇਂਦਰ ਦੇ ਕੰਟਰੋਲ ਚ ਲੈ ਗਏ ਚੱਕ ਕੇ, ਕਿਉਂਕਿ ਪੈਸਾ ਉੱਥੇ ਹੈ। ਔਰ ਇਸੇ ਤਰੀਕੇ ਦੇ ਨਾਲ ਪਾਣੀਆਂ ਦਾ ਸਵਾਲ ਹੈ, ਤੁਸੀਂ ਜਾ ਕੇ ਚੱਕ ਕੇ ਮਤਲਬ ਹੌਲੀ ਜ਼ਬਰਦਸਤੀ ਸੈਂਟਰਲ ਦੇ ਕੰਟਰੋਲ ਚ ਲੈ ਗਏ। ਹੁਣ ਤੁਸੀਂ ਚਲਦੇ ਖੇਤੀ ਨੂੰ ਵੀ ਤੇ ਬਾਕੀ ਦੇ ਵਪਾਰ ਨੂੰ ਵੀ ਲਿਜਾਣਾ ਚਾਹੁੰਦੇ ਹੋ ਉਸੇ ਮਾਮਲੇ ਦੇ ਵਿੱਚ। ਲਾ ਐਂਡ ਆਰਡਰ ਨੂੰ ਵੀ ਤੁਸੀਂ ਉਸੇ ਪਾਸੇ ਲਿਜਾਣਾ ਚਾਹੁੰਦੇ ਹੋ ਗੈਰ ਮਤਲਬ ਕੇਂਦਰ ਦੇ ਸਾਰੇ ਮਾਮਲੇ ਦੇ ਵਿੱਚ। ਤਾਂ ਫਿਰ ਉਹ ਚੀਜ਼ਾਂ ਜਾਂ ਤਾਂ ਇਹ ਆਵਾਜ਼ ਉੱਠੇ। ਸਾਡੀਆਂ ਖੇਤਰੀ ਪਾਰਟੀਆਂ ਅੱਜ ਵੀ ਪੂਰੇ ਦੇਸ਼ ਦੇ ਵਿੱਚ ਖੇਤਰੀ ਪਾਰਟੀਆਂ ਨੂੰ ਕਾਂਗਰਸ ਤੇ ਬੀਜੇਪੀ ਤੋਂ ਇਲਾਵਾ, ਜੇ ਵੋਟ ਤੰਤਰ ਦੀ ਵੀ ਕਹੀ ਤਾਂ 40% ਵੋਟ ਲੈਂਦੀਆਂ ਨੇ ਉਹ ਅੱਜ ਵੀ, ਜਿੱਥੇ ਵੀ ਮਰਜੀ। ਪਰ ਉਹਨਾਂ ਦਾ ਏਕਾ ਨਹੀਂ। ਸਾਡੇ ਪੋਲੀਟੀਸ਼ੀਅਨ ਕਰਪਟ ਹੋ ਗਿਆ, ਉਹ ਆਪਣੇ ਖੇਤਰ ਲਈ ਖੜਨ ਜੋਗਾ ਨਹੀਂ ਬਚਿਆ। ਉਹਨੂੰ ਈਡੀ ਡਰਾ ਰਹੀ ਹੈ, ਉਹਨੂੰ ਸੀਬੀਆਈ ਡਰਾ ਰਹੀ ਹੈ, ਉਹਨੂੰ ਬਾਕੀ ਚੀਜ਼ਾਂ ਡਰਾ ਰਹੀਆਂ ਨੇ। ਔਰ ਜੇ ਉਹ ਸਟੈਂਡ ਲਏ, ਜਿਵੇਂ ਜੀਐਸਟੀ ਤੇ ਸੀ, ਪੱਛਮੀ ਬੰਗਾਲ ਨੇ ਇੱਕ ਸਟੈਂਡ ਲਿਆ ਫੈਡਰਲ ਸਟਰਕਚਰ ਦਾ, ਤਾਮਿਲਨਾਡੂ ਨੇ ਲਿਆ। ਸਾਡੇ ਪੰਜਾਬ ਵਾਲੀ ਕਿਸੇ ਪਾਰਟੀ ਨੇ ਘੱਟੋ ਇਹ ਸਟੈਂਡ ਨਹੀਂ ਲਿਆ ਕਿ ਫੈਡਰਲ ਸਟਰਕਚਰ ਤੇ ਬਾਹਰ ਹੈ। ਅਸੀਂ ਇਸ ਕਰਕੇ ਇਹਦਾ ਵਿਰੋਧ ਕਰਦੇ ਹਾਂ। ਜੇ ਸਾਰੀਆਂ ਪਾਰਟੀਆਂ ਨੇ, ਮੰਨ ਲਓ ਪੰਜਾਬ ਦੇ ਵਿੱਚੋਂ ਖੇਤਰਵਾਦ ਦੀ ਜਿਹੜੀ ਲੰਬੜਦਾਰ ਨੇ, ਅਕਾਲੀ ਦਲ ਹੈ ਜਾਂ ਕੋਈ ਹੋਰ ਪਾਰਟੀ ਖੇਤਰੀ ਜਿਹੜੀ ਵੀ ਹੋਊ, ਜਾਂ ਆਪ ਕਰਨਾ ਚਾਹੇ, ਜਿਹੜਾ ਵੀ ਕੋਈ ਕਰਨਾ ਚਾਹੁੰਦਾ, ਉਹ ਰਾਜਸਥਾਨ ਮਤਲਬ ਇੱਥੇ ਹਰਿਆਣੇ ਦੇ ਵਿੱਚ, ਇੱਥੇ ਜਿਹੜਾ ਬਿਹਾਰ ਦੇ ਵਿੱਚ ਖੇਤਰੀ ਦਲਾਂ ਦਾ ਹੀ ਕਬਜ਼ਾ ਉਸੇ ਪੱਧਰ ਤੇ, ਉੜੀਸਾ ਦੇ ਵਿੱਚ, ਬੰਗਾਲ ਦੇ ਵਿੱਚ, ਤਾਮਿਲਨਾਡੂ ਦੇ ਵਿੱਚ, ਔਰ ਤੇਲੰਗਾਨਾ ਦੇ ਵਿੱਚ, ਆਂਧਰਾ ਪ੍ਰਦੇਸ਼ ਦੇ ਵਿੱਚ, ਕਿੰਨੇ ਵੱਡੇ ਸੂਬੇ, ਮਹਾਰਾਸ਼ਟਰ ਦੇ ਵਿੱਚ, ਚਾਹੇ ਬੀਜੇਪੀ ਹੁਣ ਆ ਗਈ, ਬਾਕੀ ਦੇ ਅਲਾਇੰਸ ਨੇ, ਕਿੰਨੇ ਵੱਡੇ ਸੂਬਿਆਂ 'ਚ ਖੇਤਰੀ ਅਜੇ ਵੀ ਉਸ ਲੈਵਲ ਦਾ। ਔਰ ਜਦੋਂ ਖੇਤਰੀ ਪਾਰਟੀਆਂ ਦਾ ਦਬਦਬਾ ਬਣਨਾ ਸ਼ੁਰੂ ਹੋਇਆ ਸੀ, ਤੁਸੀਂ ਦੇਖੋ ਕਿ ਉਦੋਂ ਬਾਅਦ 356 ਧਾਰਾ ਵਰਤਣੀ ਘਟੀ ਸੀ, ਕਿਉਂਕਿ ਰਾਜ ਸਭਾ ਦੇ ਵਿੱਚ ਬਹੁ ਗਿਣਤੀ ਕਿਸੇ ਦੀ ਨਹੀਂ ਆਈ, ਕਿਸੇ ਪਾਰਟੀ ਦੀ ਨਹੀਂ ਸੀ ਰਹੀ। ਐਮਐਲਏ ਨੇ ਰਾਜ ਸਭਾ 'ਚ ਬੰਦੇ ਭੇਜਣੇ ਹੁੰਦੇ ਨੇ, ਉਹ ਨਹੀਂ ਲੱਗੀ ਸੀ। ਔਰ ਉਹ 356 ਲਾ 10 ਸਾਲ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਰਿਹਾ, ਸਭ ਤੋਂ ਜ਼ਿਆਦਾ ਭੁਗਤਿਆ ਪੰਜਾਬ ਨੇ ਇਹ ਸਾਰੇ ਮਾਮਲੇ ਨੂੰ। ਇਸੇ ਕਰਕੇ ਇਹ ਹੈ ਜਿਹੜਾ ਫੈਡਰਲਿਜ਼ਮ ਦਾ ਮੁੱਦਾ ਹੈ, ਇਹ ਦੇਸ਼ ਦੇ ਹੋਂਦ ਨਾਲ ਜੁੜਿਆ ਹੋਇਆ ਹੈ। ਇਹ ਪੰਜਾਬ ਤੇ ਸੂਬਿਆਂ ਦੇ ਵਿਕਾਸ ਨਾਲ ਜੁੜਿਆ ਹੋਇਆ, ਉਹਦੀ ਐਗਜ਼ਿਸਟੈਂਸ ਦੇ ਕੁਐਸਚਨ ਨੇ। ਇਹ ਛੋਟਾ ਸਵਾਲ ਨਹੀਂ ਹੈ, ਇਹ ਸਭ ਤੋਂ ਮਹੱਤਵਪੂਰਨ ਪੋਲੀਟੀਕਲ ਸਵਾਲ ਹੈ। ਸਿੱਧੂ ਸਾਹਿਬ, ਕੀ ਇਹਦਾ ਹੱਲ ਫਿਰ ਇਹੀ ਹੈ ਕਿ ਕੇਂਦਰੀ ਕੰਟਰੋਲ ਜਿਹੜਾ ਹੋ ਰਿਹਾ, ਕੇਂਦਰੀਕਰਨ ਜਿਹੜਾ ਹੋ ਰਿਹਾ, ਉਹਦਾ ਬਦਲ ਇਹੀ ਹੈ ਕਿ ਖੇਤਰੀ ਪਾਰਟੀਆਂ ਮਜ਼ਬੂਤ ਹੋਣ? ਕੀ ਲੱਗਦਾ ਤੁਹਾਨੂੰ ਖੇਤਰੀ ਪਾਰਟੀਆਂ ਇੱਕ ਮੰਚ ਤੇ ਇਕੱਠੀਆਂ ਹੋ ਜਾਣਗੀਆਂ? ਬਿਲਕੁਲ, ਜਿਵੇਂ ਹਮੀਰ ਸਿੰਘ ਨੇ ਕਿਹਾ ਠੀਕ ਹੈ, ਉਹਦੇ ਲਈ ਖੇਤਰੀ ਪਾਰਟੀਆਂ ਮਜ਼ਬੂਤ ਹੋਣੀਆਂ। ਇੱਕ ਇੱਥੇ ਬਦਕਿਸਮਤੀ ਹੈ, ਬਡੰਬਣਾ ਹੀ ਆ, ਸਾਡੇ ਇੱਥੇ ਖੇਤਰੀ ਪਾਰਟੀਆਂ ਵੀ ਅੱਧ-ਪਚੱਧ ਹਿੰਦੂਤਵਾਦ ਦਾ ਸਪੋਰਟ ਲੈਣ ਲੱਗ ਗਈਆਂ ਵੋਟ ਬੈਂਕ ਲਈ। ਉਹ ਵੀ ਓਪਨਲੀ ਨਹੀਂ ਆਉਂਦੀਆਂ, ਸਮਾਜ ਲਈ ਨਹੀਂ ਆਉਂਦੀਆਂ। ਉਹ ਹਿੰਦੂਤਵਾ ਦੇਖਦੇ, ਜਿਵੇਂ ਕਿਸੇ ਵੀ ਜਿਹੜੀ ਇੱਕ ਵਾਰੀ ਆਪਾਂ ਰਾਹੁਲ ਗਾਂਧੀ ਬੋਲ ਗਿਆ ਵੀ ਇਹ ਯੂਨੀਅਨ ਆਫ ਸਟੇਟਸ ਆ, ਮੁੜ ਕੇ ਨਹੀਂ ਉਹਦੀ ਹਿੰਮਤ ਪਈ ਦੁਬਾਰਾ ਗੱਲ ਕਰਨ ਦੀ। ਤੋ ਇਹ ਕਾਂਗਰਸ ਵੇਖੋ ਇੱਥੇ ਲਗਾਤਾਰ ਗੁਜਰਾਤ ਦੇ ਵਿੱਚ ਉਹੀ ਗੇਮ ਖੇਡ ਰਹੀ ਹੈ ਜਿਹੜੀ ਬੀਜੇਪੀ ਖੇਡਦੀ ਹੈ। ਇਸੇ ਕਰਕੇ ਬੀਜੇਪੀ ਦੇ ਬੰਦੇ ਕਾਂਗਰਸ ਚਲੇ ਜਾਂਦੇ, ਕਾਂਗਰਸ ਦੇ ਬੀਜੇਪੀ 'ਚ ਆ ਜਾਂਦੇ। ਗੱਲ ਉੱਥੇ ਦੀ ਉੱਥੇ, ਉਹ ਵੀ ਹਿੰਦੂਤਵਾ ਦਾ ਸਹਾਰਾ ਲੈਂਦੇ ਆ, ਕਿਉਂਕਿ ਮੈਜੋਰਿਟੀ ਵੋਟ ਇੱਥੇ ਹਿੰਦੂਤਵਾ ਵਾਲੀ ਵੋਟ ਹੈ, ਜਾਂ ਇਹ ਅਸਰ ਹੈ ਉੱਥੇ ਧਰਮ ਦਾ ਸਾਰੇ ਦੇਸ਼ ਦੇ ਉੱਤੇ, ਕਲਚਰ ਦਾ ਕਹਿ ਦਿਓ, ਧਰਮ ਦਾ ਕਹਿ ਦਿਓ, ਇਹ ਅਸਰ ਹੈਗਾ। ਇਸ ਕਰਕੇ ਸਾਰੇ ਬੰਦੇ ਅਫੈਂਡ ਨਹੀਂ ਕਰਨਾ ਚਾਹੁੰਦੇ, ਨਾਰਾਜ਼ ਨਹੀਂ ਕਰਨਾ ਚਾਹੁੰਦੇ ਹਿੰਦੂ ਵੋਟਰ ਨੂੰ, ਵੀ ਕਿਸੇ ਵੀ ਲੈਵਲ ਉੱਤੇ ਅਸੀਂ ਆ ਬੋਲਿਆ ਕਿਤੇ ਸਾਡਾ ਰੀਜਨਲਿਜ਼ਮ ਹਿੰਦੂ ਵੋਟਰ ਨੂੰ ਨਾਰਾਜ਼ ਨਾ ਕਰਦੇ। ਇਹੀ ਸਮੱਸਿਆ ਪੰਜਾਬ 'ਚ ਹੈ ਤੇ ਇਹੀ ਸਾਰੇ ਬਾਹਰ ਸਮੱਸਿਆ। ਬਾਹਰ ਸੋਫਿਸਟੀਕੇਟਡ ਲੈਵਲ ਤੇ ਆ, ਪੰਜਾਬ 'ਚ ਥੋੜਾ ਜਿਹਾ ਤਿੱਖੇ ਲੈਵਲ ਤੇ ਹੋ ਜਾਂਦੀ ਹੈ, ਜਿਹਨੂੰ ਸੈਂਟਰ ਨੇ ਬਹੁਤ ਐਕਸਪਲੋਇਟ ਕੀਤਾ। ਆ ਜਿਹੜਾ ਇੱਥੋਂ ਦੀ ਖਾੜਕੂ ਮੂਵਮੈਂਟ ਤੇ ਸਾਰੀਆਂ ਦੇ ਵਿੱਚ ਇਸ ਜਿਹੜੀ ਡਿਵੀਜ਼ਨ ਹੈ, ਇਹ ਇਸ਼ੂ ਹੈ ਜਿਹੜਾ, ਇਸ ਨੂੰ ਉਹਨਾਂ ਨੇ ਬਹੁਤ ਐਕਸਪਲੋਇਟ ਕੀਤਾ। ਫਿਰ ਇਹਦੇ ਮਸਲੇ 'ਚੋਂ ਸਮਾਜ ਨਿਕਲੂਗਾ ਕਿਵੇਂ? ਜਦੋਂ ਤੁਸੀਂ ਜਾਤ ਧਰਮ ਦੇ ਨਾਂ ਦੇ ਉੱਤੇ ਹੀ ਵੋਟਾਂ ਮੰਗੋਗੇ, ਫਿਰ ਸਮਾਜ ਭਲਾਈ ਬਾਰੇ ਨਹੀਂ ਸੋਚੋਗੇ, ਤੁਸੀਂ ਧਾਰਮਿਕ ਮੁੱਦਿਆਂ ਨੂੰ ਤਾਂ ਹੀ ਇੱਥੇ ਪਾੜਾ ਪਾ ਕੇ ਵੋਟ ਹਾਸਲ ਕੀਤੀ ਜਾਂਦੀ ਨਾ, ਕਿ ਇੱਕ ਧਿਰ ਨੂੰ ਡਰਾ ਲਓ, ਇੱਕ ਨੂੰ ਕਿਨਾਰੇ ਕਰ ਲਓ, ਦੂਜਿਆਂ ਨੂੰ ਇਕੱਠੀਆਂ ਕਰ ਲਓ। ਸੋ ਜਿਹੜੀ ਆਹ ਰਾਜਨੀਤੀ ਹੈ, ਇਹਦੇ ਵਿੱਚੋਂ ਫਿਰ ਬਾਹਰ ਨਿਕਲਣ ਦਾ ਹੱਲ ਕੀ ਹੈ? ਜੇ ਇਹ ਚੋਂ ਬਾਹਰ ਨਿਕਲਾਂਗੇ ਤਾਂ ਹੀ ਕੇਂਦਰੀਕਰਨ ਚੋਂ ਬਾਹਰ ਨਿਕਲਾਂਗੇ ਨਾ।
ਨਹੀਂ ਰੌਲਾ ਇਹ ਹੈ, ਕੱਲਾ ਇਹਦੇ ਚੋਂ ਨਹੀਂ ਬਾਹਰ ਨਿਕਲਾਂਗੇ। ਪਾਰਟੀ ਕੇਂਦਰੀਕਰਨ ਤੋਂ ਅਲੱਗ ਹੈ। ਸਾਰੀਆਂ ਪਾਰਟੀਆਂ ਵਨ ਮੈਨ ਪਾਰਟੀਆਂ ਨੇ ਜਾਂ ਪਰਿਵਾਰਵਾਦ ਦੀਆਂ ਪਾਰਟੀਆਂ ਨੇ। ਇਹ ਵੀ ਔਰ ਠੀਕ ਤੁਸੀਂ ਹੈ। ਦੇਖੋ ਜਿਹੜੀ ਪਾਰਟੀ ਹੈ, ਅਕਾਲੀ ਦਲ ਲਾ ਲਓ, ਕਾਂਗਰਸ ਲਾ ਲਓ, ਆਮ ਆਦਮੀ ਪਾਰਟੀ ਲਾ ਲਓ, ਜਿਹੜੀਆਂ ਨੇ ਸਾਰੀਆਂ ਸਿੰਗਲ ਮੈਨ ਹੈ ਨਾ। ਬੀਜੇਪੀ ਲਾ ਲਓ, ਜਿਹੜੀ ਵੀ ਪਾਰਟੀ ਦੱਸੋ ਜਿਹੜੀ ਪ੍ਰੋਗਰਾਮ ਆਧਾਰਿਤ ਪਾਰਟੀ ਚੱਲਦੀ ਹੋਵੇ, ਜਿਹੜੀ ਇਸ ਗੱਲ ਤੇ ਇਹੀ ਕੁਐਸਚਨ ਆ ਅੱਜ ਦੇ ਡੈਮੋਕ੍ਰੈਟਿਕ ਦੌਰ ਦੇ ਵਿੱਚ ਜਿਹੜਾ ਨੈਰੇਟਿਵ ਸਿਰਜਣਾ ਹੁੰਦਾ, ਬਿਰਤਾਂਤ ਸਿਰਜਣਾ ਹੁੰਦਾ, ਉਹ ਕਿਹਦੇ ਹੱਥ 'ਚ ਹੈ। ਅਸਲ 'ਚ ਕੰਟਰਾਸਟ ਇਹ ਹੋਣਾ ਚਾਹੀਦਾ ਦੇਸ਼ ਦੇ ਵਿੱਚ ਕਿ ਕੀ ਮਜ਼ਬੂਤ ਕੇਂਦਰ ਨਾਲ ਦੇਸ਼ ਤਰੱਕੀ ਕਰੂਗਾ ਜਾਂ ਮਜ਼ਬੂਤ ਰਾਜ ਹੁੰਦੇ ਹੋਏ ਉਸ ਦੇ ਇੱਕ ਗੁਲਦਸਤੇ ਦੇ ਰੂਪ ਦੇ ਵਿੱਚ ਦੇਸ਼ ਨੇ ਤਰੱਕੀ ਕਰਨੀ ਹੈ। ਇਹ ਬਿਰਤਾਂਤ ਜੇ ਖੜਾ ਨਹੀਂ ਕੀਤਾ ਜਾਂਦਾ ਔਰ ਕੇਵਲ ਵੋਟ ਬੈਂਕ ਤੋਂ ਸੋਚਣਾ, ਵੈਸੇ ਵੀ ਕਾਂਗਰਸ ਇੰਨਾ ਚਿਰ ਤੋਂ ਹਾਰਦੀ ਆ ਰਹੀ ਹੈ, ਹੋਰ ਵੀ ਹਾਰਦੀਆਂ ਆ ਰਹੀਆਂ ਨੇ ਪਾਰਟੀਆਂ, ਕੁਝ ਸਮੇਂ ਲਈ ਜਿੱਤਣਾ ਜਾਂ ਹਾਰਨਾ ਛੱਡਣਾ ਪਊਗਾ। ਬਿਲਕੁਲ ਤੁਹਾਨੂੰ ਉਹਦੇ ਤੇ ਗੱਲ ਕਰਨੀ ਪਏਗੀ। ਔਰ ਹੁਣ ਜੇ ਐਂ ਹੀ ਸੋਚੀ ਜਾਂਦੇ, ਮੰਨ ਲਓ ਸਿੱਖ ਫਿਲਾਸਫੀ ਹੈ ਜਿਹੜੀ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ, ਜਿਹੜੀ ਕਾਸਟ ਤੋਂ ਉੱਪਰ ਉੱਠ ਕੇ ਜਦੋਂ ਅੰਮ੍ਰਿਤ ਛਕਾਇਆ ਗੁਰੂ ਗੋਬਿੰਦ ਸਿੰਘ ਨੇ, ਸਭ ਤੋਂ ਬੜੀ ਗੱਲ ਕੀ ਸੀ? ਸਭ ਤੋਂ ਬੜਾ ਵਾਰ ਜਾਤ ਤੇ ਸੀ ਉਹ ਕਿ ਸਾਂਝਾ ਲੰਗਰ ਮਤਲਬ ਅੰਮ੍ਰਿਤ ਛਕਿਆ ਜਾਂਦਾ ਤੇ ਖਾਲਸਾ ਬਣ ਗਿਆ। ਉਹਦੀ ਪਛਾਣ ਇੱਕ ਇਨਸਾਨ ਦੇ ਤੌਰ ਤੇ, ਖਾਲਸੇ ਦੇ ਤੌਰ ਤੇ ਹੋ ਗਈ ਹੈ। ਔਰ ਉਹ ਸਾਰੀਆਂ ਚੀਜ਼ਾਂ ਨੇ ਕਿੰਨਾ ਬਲ ਬਖਸ਼ਿਆ ਤੇ ਕਿੰਨੀ ਸਮਾਜ ਦੇ ਵਿੱਚ ਤਬਦੀਲੀ ਵੱਡੀ ਲਿਆਂਦੀ। ਸੰਗਤ ਦੀ, ਪੰਗਤ ਦੀ, ਲੰਗਰ ਦੀ, ਕਿੰਨੀਆਂ ਚੀਜ਼ਾਂ ਆਈਆਂ। ਔਰ ਕਿਸੇ ਜਿਹੜੇ ਵੱਡੇ ਤੋਂ ਵੱਡੇ ਜਾਤ ਪ੍ਰਸਤ ਵੀ ਤੇ ਹਿੰਮਤ ਨਹੀਂ ਸੀ ਕਰਦੇ ਉੱਥੇ ਗੁਰਦੁਆਰਾ ਕੋਈ ਠਾ ਦੂਗਾ ਜਾ ਕੇ ਕਿਸੇ ਬੰਦੇ ਨੂੰ ਕਿ ਤੂੰ ਹੋਰ ਜਾਤ ਦਾ, ਤੂੰ ਨਾ ਬੈਠੇ ਤੇ ਤੂੰ ਹਾਰ ਜਾਂਦਾ, ਤੂੰ ਨਾ ਬੈਠ। ਇਹ ਸਵਾਲ ਹੈ ਕਿ ਜੇ ਤੁਸੀਂ ਕੱਲੀ ਵੋਟ ਦੀ ਸਿਆਸਤ ਤੇ ਪਾਵਰ ਦੀ ਸਿਆਸਤ ਕਰੋਗੇ, ਇਹਦੇ ਮੁਕਾਬਲੇ ਸਿਆਸਤ, ਸਮਾਜ ਤੇ ਅਰਥ ਵਿਵਸਥਾ ਤਿੰਨਾਂ ਦਾ ਇੱਕ ਮਾਡਲ ਦੇ ਰੂਪ ਦੇ ਵਿੱਚ ਤੁਹਾਨੂੰ ਲੋਕਾਂ 'ਚ ਜਾਗਰੂਕਤਾ, ਮੁਹਿੰਮ ਤੇ ਇੱਕ ਜਦੋਜਹਿਦ ਚਲਾਉਣੀ ਪਏਗੀ। ਤੇ ਇਹਦੇ ਤੋਂ ਬਿਨਾਂ ਫੈਡਰਲ ਢਾਂਚਾ, ਲੋਕਾਂ ਦੀ ਹਿੱਸੇਦਾਰੀ ਇਸ ਸਾਰੇ ਮਾਮਲੇ ਦੇ ਵਿੱਚ, ਲੋਕਾਂ ਦੀ ਹਿੱਸੇਦਾਰੀ ਦਾ ਮਤਲਬ ਨਾਲ ਇਹ ਹੈ ਕਿ ਪਿੰਡ ਤੇ ਵਾਰਡ ਪੱਧਰ ਤੇ ਲੋਕਾਂ ਦੀਆਂ ਵੀ ਇਕੱਠ ਸੰਗਤੀ ਰੂਪ 'ਚ ਬੈਠਣ, ਚਾਹੇ ਉਹ ਗ੍ਰਾਮ ਸਭਾਵਾਂ ਹੋਣ, ਵਾਰਡ ਸਭਾਵਾਂ ਹੋਣ, ਉੱਥੇ ਲੋਕ ਫੈਸਲੇ ਕਰਨ ਦੇ ਸਿਖਲਾਈ ਵੀ ਲੈਣ ਤੇ ਆਪਣੀ ਗੱਲ ਕਹਿਣ ਦੇ ਯੋਗ ਵੀ ਹੋਣ। ਜਿਹੜਾ ਉਹ ਸੰਗਤੀ ਇੱਕ ਦਬਾਅ ਹੁੰਦਾ ਹੈ, ਉਹ ਅੰਦੋਲਨ ਖੜਾ ਕਰਦਾ ਤੇ ਉਹ ਸਰਕਾਰਾਂ ਨੂੰ ਮਜਬੂਰ ਕਰਦਾ। ਪਰ ਕਿਸਾਨ ਅੰਦੋਲਨ ਸਾਡੇ ਸਾਹਮਣੇ ਉਦਾਹਰਨ ਹੈ। ਉਹ ਲੋਕਾਂ ਨੇ ਲੀਡਰਾਂ ਨੂੰ ਇੱਧਰ ਉੱਧਰ ਸਰਕਲ ਵੀ ਨਹੀਂ ਦਿੱਤਾ, ਨਾ ਵਾਪਸ ਮੁੜਨ ਦਿੱਤਾ, ਔਰ ਸਭ ਨੂੰ ਪਤਾ ਸੀ ਵੀ ਮੁੜ ਕੇ ਸੰਭੂ ਬਾਰਡਰ ਨਹੀਂ ਟੱਪਣ ਦੇਣਾ। ਇਸ ਲਈ ਜੋ ਲੋਕ ਚਾਹੁੰਦੇ ਨੇ ਉਹਨਾਂ ਦੀ ਖਾਸ ਦੇ ਮੁਤਾਬਕ ਫੈਸਲਾ ਕਰਨਾ ਪਏਗਾ। ਉਹੀ ਇੱਕ ਤਰੀਕਾ ਹੈ ਮਾਸ ਮੂਵਮੈਂਟ ਜਿਹੜੀ ਹੈ ਤੇ ਜਿਹੜੀ ਲੋਕਾਂ ਨੂੰ ਉਸ ਪਾਸੇ ਵੱਲ ਤੋਰੇ, ਉਹੀ ਫਿਰ ਪੋਲਿਟਿਕਸ ਬਦਲ ਸਕਦੀ ਹੈ, ਉਹੀ ਰਾਜਨੀਤੀ ਬਦਲ ਸਕਦੀ ਹੈ ਜੇਕਰ ਲੋਕ ਚੇਤਨ ਹੋ ਜਾਣ। ਤੇ ਉਹਦੇ ਲਈ ਸੂਬਿਆਂ ਨੂੰ ਖੜਿਆ ਹੋਣ ਦੀ ਲੋੜ ਹੈ। ਜੇਕਰ ਸੂਬੇ ਮਜ਼ਬੂਤ ਹੋਣਗੇ, ਉਹਦੇ ਨਾਲ ਹੀ ਲੋਕਤੰਤਰ ਵੀ ਮਜ਼ਬੂਤ ਹੋਏਗਾ, ਦੇਸ਼ ਵੀ ਮਜ਼ਬੂਤ ਹੋਏਗਾ। ਧਰਮ ਜਾਤ ਤੋਂ ਉੱਪਰ ਉੱਠ ਕੇ ਸਮਾਜ ਦੇ ਬਾਰੇ ਜਦੋਂ ਰਾਜਨੀਤਿਕ ਪਾਰਟੀਆਂ, ਰਾਜਨੀਤਿਕ ਨੁਮਾਇੰਦੇ ਸੋਚਣ ਲੱਗੇ ਤੇ ਸੂਬਿਆਂ ਨੂੰ ਅਧਿਕਾਰ ਦੇਣ ਵੱਲ ਤੁਰੇ, ਤਦ ਕਿਤੇ ਨਾ ਕਿਤੇ ਦੇਸ਼ ਤਣ ਪੱਤਣ ਲੱਗਦਾ, ਕਿਨਾਰੇ ਲੱਗਦਾ ਨਜ਼ਰ ਆਏਗਾ। ਨਹੀਂ ਤਾਂ ਇਹ ਵਿਵਾਦ ਵੱਧ ਵੀ ਸਕਦੇ ਨੇ। ਇਸੇ ਲਈ ਅੱਜ ਅਸੀਂ ਜਸਪਾਲ ਸਿੱਧੂ ਜੀ ਨਾਲ ਤੇ ਹਮੀਰ ਸਿੰਘ ਭਾਜੀ ਹੋਰਾਂ ਨਾਲ ਸੂਬਿਆਂ ਦੀ ਖੁਦਮੁਖਤਿਆਰੀ ਨੂੰ ਲੈ ਕੇ, ਸੂਬਿਆਂ ਦੀ ਏਕੇ ਨੂੰ ਲੈ ਕੇ, ਸੂਬਿਆਂ ਦੇ ਤਾਕਤ ਨੂੰ ਲੈ ਕੇ ਤੇ ਕੇਂਦਰੀਕਰਨ ਦੀ ਸਾਜ਼ਿਸ਼ ਨੂੰ ਲੈ ਕੇ ਚਰਚਾ ਲੈ ਕੇ ਹਾਜ਼ਰ ਸੀ। ਤੁਸੀਂ ਵੇਖਦੇ ਰਹੋ ਪੰਜਾਬ ਟੈਲੀਵਿਜ਼ਨ। ਬਹੁਤ ਬਹੁਤ ਸ਼ੁਕਰੀਆ ਭਾਜੀ, ਬਹੁਤ ਬਹੁਤ ਧੰਨਵਾਦ।